Hello everyone, welcome you all in your own channel Learn Everything. So NTT ਪ੍ਰੀ ਪ੍ਰਾਇਮਰੀ ਟੀਚਰਸ ਲਈ ਜੋ ਆਪਾਂ ਤਿਆਰੀ ਕਰ ਰਹੇ ਹਾਂ ਉਹਦੇ ਵਿੱਚ ਜੋ ਸਾਇੰਸ ਹੈ ਉਹ ਅਪ ਟੂ ਮੈਟ੍ਰਿਕ ਲੈਵਲ ਆਣੀ ਹੈ 10th ਤੱਕ, ਠੀਕ ਹੈ। ਸੋ ਅਸੀਂ ਉਹੀ ਹੀ ਕਰਾਂਗੇ, ਠੀਕ ਹੈ। 10th ਤੱਕ ਦੀਆਂ ਜੋ ਬੁੱਕਸ ਹੈ ਉਹਨਾਂ ਵਿੱਚੋਂ ਹੀ ਕਰਾਂਗੇ। ਸੋ ਸ਼ੁਰੂ ਕਰਦੇ ਹਾਂ। ਇਹ ਵਾਲਾ ਜੋ ਚੈਪਟਰ ਹੈ ਨਿਊਟ੍ਰੀਸ਼ਨ ਇਨ ਪਲਾਂਟ। ਸੋ ਇਹਦੇ ਵਿੱਚ ਮੈਂ ਤੁਹਾਨੂੰ ਇੰਪੋਰਟੈਂਟ ਦੱਸਾਂਗੀ, ਤੁਸੀਂ ਨਾਲ ਨੋਟਸ ਜਿਹੜੇ ਬਣਾ ਲੈਣਾ, ਠੀਕ ਹੈ। ਉਸ ਤੋਂ ਬਾਅਦ ਥੋੜਾ ਐਕਸਰਸਾਈਜ਼ ਦੀ ਵੀ ਇਹਦੀ ਅਸੀਂ ਪ੍ਰੈਕਟਿਸ ਕਰ ਲਾਂਗੇ। ਸੋ ਪਹਿਲਾਂ ਉਹਨੇ ਕਿਹਾ ਭੋਜਨ ਦੇ ਘਟਕ ਜੋ ਸਰੀਰ ਲਈ ਜ਼ਰੂਰੀ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਪੋਸ਼ਕ ਕਿਹਾ ਜਾਂਦਾ ਹੈ। ਕੁਐਸਚਨ ਇੱਦਾਂ ਬਣ ਸਕਦਾ ਪੇਪਰ, ਭੋਜਨ ਦੇ ਘਟਕ ਜੋ ਸਰੀਰ ਲਈ ਜ਼ਰੂਰੀ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉੱਥੇ ਆਪਸ਼ਨ ਹੋਣਗੇ ਤਾਂ ਉਹ ਕੀ ਹੋਏਗਾ? ਪੋਸ਼ਕ। ਦੂਸਰਾ ਕੁਐਸਚਨ ਜੀ ਇੱਥੇ ਬਣਦਾ ਹੈਗਾ ਸਾਡੇ ਕੋਲ, ਸਾਰੇ ਜੀਵਾਂ ਨੂੰ ਭੋਜਨ ਦੀ ਲੋੜ ਹੁੰਦੀ ਹੈ। ਮਨੁੱਖ ਅਤੇ ਹੋਰ ਜੀਵ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਪੌਦਿਆਂ ਉੱਤੇ ਨਿਰਭਰ ਕਰਦੇ ਹਨ। ਜਿਵੇਂ ਮਨੁੱਖ ਆ ਜਾਂ ਹੋਰ ਵੀ ਜਿਹੜੇ ਜੀਵ ਆ, ਜਾਂ ਸਿੱਧੇ ਰੂਪ ਜਾਂ ਅਸਿੱਧੇ ਰੂਪ 'ਤੇ ਕਿਹਦੇ ਉੱਤੇ ਨਿਰਭਰ ਕਰਦੇ? ਪੌਦਿਆਂ ਉੱਤੇ। ਅਤੇ ਜਿਹੜੇ ਪੌਦੇ ਸਵੈ ਪੋਸ਼ੀ ਹਨ ਉਹਨਾਂ ਨੂੰ ਆਟੋਟ੍ਰੋਪ ਕਹਿੰਦੇ ਆ, ਕਿਉਂਕਿ ਇਹ ਆਪਣਾ ਭੋਜਨ ਜਿਹੜਾ ਪਾਣੀ, ਕਾਰਬਨ ਡਾਈਆਕਸਾਈਡ ਅਤੇ ਖਣਿਜਾਂ ਤੋਂ ਆਪ ਤਿਆਰ ਕਰਦੇ ਹਨ, ਜਿੱਦਾਂ ਪੌਦੇ ਆ, ਠੀਕ ਹੈ। ਇਹ ਸਵੈ ਪੋਸ਼ੀ 'ਚ ਆ ਕਿਉਂਕਿ ਆਪਣਾ ਭੋਜਨ ਆਪ ਤਿਆਰ ਕਰ ਲੈਂਦੇ, ਸਵੈ ਪੋਸ਼ੀ, ਠੀਕ ਹੈ। ਪੋਸ਼ਣ ਉਹ ਵਿਧੀ ਆ ਜਿਹਦੇ ਦੁਆਰਾ ਜੀਵ ਜਿਹੜੇ ਆ ਭੋਜਨ ਗ੍ਰਹਿਣ ਕਰਦੇ ਆ। ਸੋ ਪੋਸ਼ਣ ਕਿੱਦਾਂ ਦੀ ਵਿਧੀ ਆ? ਜਿਹਦੇ ਦੁਆਰਾ ਜਿਹੜੇ ਜੀਵ ਆ ਉਹ ਸਾਰੇ ਭੋਜਨ ਗ੍ਰਹਿਣ ਕਰਦੇ ਆ, ਅਤੇ ਸਾਰੇ ਜਿਹੜੇ ਜੰਤੂ ਆ ਉਹ ਕੀ ਆਂਦੇ? ਹੈਟਰੋਟ੍ਰੋਪ, ਉਹਨਾਂ ਨੂੰ ਬੋਲਦੇ ਵਿਖਮ ਪੋਸ਼ੀ। ਕੀ ਬੋਲਦੇ? ਵਿਖਮ ਪੋਸ਼ੀ। ਜੜ੍ਹਾਂ ਜੋ ਆ ਧਰਤੀ ਵਿੱਚੋਂ ਪਾਣੀ ਅਤੇ ਖਣਿਜ ਚੂਸਦੀਆਂ ਆ ਅਤੇ ਪੱਤਿਆਂ ਤੱਕ ਪਹੁੰਚਾਉਂਦੀਆਂ, ਮਤਲਬ ਪੱਤਿਆਂ ਤੱਕ ਪਾਣੀ ਜਿਹੜਾ ਖਣਿਜ ਇਹਨਾਂ ਨੂੰ ਪਹੁੰਚਾਉਣ ਦਾ ਕੰਮ ਕਿਹਨਾਂ ਦਾ? ਜੜ੍ਹਾਂ ਦਾ। ਜੜ੍ਹਾਂ ਧਰਤੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਚੂਸ ਕੇ ਜੋ ਹੈ ਇਹ ਪੱਤਿਆਂ ਤੱਕ ਪਹੁੰਚਾਉਂਦੀਆਂ। ਇੱਕ ਵਾਰੀ ਫਿਰ ਦੇਖ ਲਓ, ਭੋਜਨ ਦੇ ਜੋ ਘਟਕ ਆ ਜੋ ਸਰੀਰ ਲਈ ਜ਼ਰੂਰੀ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ? ਪੋਸ਼ਕ। ਅਤੇ ਸਾਰੇ ਜੀਵਾਂ ਨੂੰ ਕਿਹਦੀ ਲੋੜ ਹੁੰਦੀ? ਭੋਜਨ ਦੀ। ਮਨੁੱਖ ਅਤੇ ਹੋਰ ਜਿਹੜੇ ਜੀਵ ਆ ਉਹ ਸਿੱਧੇ ਜਾਂ ਸਿੱਧੇ ਰੂਪ 'ਤੇ ਕਿਹਨਾਂ 'ਤੇ ਨਿਰਭਰ ਕਰਦੇ? ਪੌਦਿਆਂ 'ਤੇ। ਜਿਹੜੇ ਸਵੈ ਪੋਸ਼ੀ ਆਪਣਾ ਭੋਜਨ ਆਪ ਤਿਆਰ ਕਰਦੇ ਆ, ਅਤੇ ਪੋਸ਼ਣ ਉਹ ਵਿਧੀ ਜਿਹਦੇ ਦੁਆਰਾ ਉਹ ਭੋਜਨ ਗ੍ਰਹਿਣ ਕਰਦੇ ਆ। ਅਤੇ ਵਿਖਮ ਪੋਸ਼ੀ ਤੁਹਾਨੂੰ ਪਤਾ ਸਾਰੇ ਜੰਤੂ ਜਿਹੜੇ ਆ ਵਿਖਮ ਪੋਸ਼ੀ ਆ, ਜਿੱਦਾਂ ਪੌਦੇ ਸਵੈ ਪੋਸ਼ੀਆਂ 'ਚ ਆ ਗਏ, ਇਹ ਵਿਖਮ ਪੋਸ਼ੀ ਹੋ ਗਏ। ਜੜ੍ਹਾਂ ਜਿਹੜੀਆਂ ਆ ਉਹ ਧਰਤੀ ਵਿੱਚੋਂ ਪਾਣੀ ਅਤੇ ਖਣਿਜ ਪਦਾਰਥ ਚੂਸਦੀਆਂ ਅਤੇ ਪੱਤਿਆਂ ਤੱਕ ਪਹੁੰਚਾਉਂਦੀਆਂ ਆ। ਫਿਰ ਪੱਤਿਆਂ ਉੱਪਰ ਕੀ ਹੁੰਦੇ? ਸਟੋਮੈਟਾ ਹੁੰਦੇ ਆ, ਜਿਹੜੇ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਕੀ ਕਰਦੇ ਆ? ਸਹਾਇਤਾ ਕਰਦੇ ਆ, ਠੀਕ ਹੈ। ਇਹ ਪੁੱਛਿਆ ਜਾ ਸਕਦਾ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਕੌਣ ਸਹਾਇਤਾ ਕਰਦਾ? ਪੱਤਿਆਂ ਉੱਤੇ ਜਿਹੜੇ ਸਟੋਮੈਟਾ ਹੁੰਦੇ ਉਹ ਕਰਦੇ ਆ। ਸੋ ਤੁਸੀਂ ਆਪਣੇ ਨੋਟਸ ਦੇ ਵਿੱਚ ਨਾ ਜੋ ਮੈਂ ਇੰਪੋਰਟੈਂਟ ਦੱਸੀ ਜਾਂਦੀ ਹਾਂ ਇਨਕਲੂਡ ਕਰੀ ਜਾਣਾ। ਸੂਰਜ ਸਾਰੇ ਜੀਵਾਂ ਦੇ ਲਈ ਊਰਜਾ ਦਾ ਸਰੋਤ ਆ। ਸਾਰੇ ਜਿੰਨੇ ਵੀ ਜੀਵ ਆ ਇੱਥੇ ਉਹਨਾਂ ਲਈ ਊਰਜਾ ਦਾ ਸਰੋਤ ਕੌਣ ਆ? ਸੂਰਜ ਆ, ਠੀਕ ਹੈ। ਉਹ ਅਲੱਗ-ਅਲੱਗ ਪੋਸ਼ਣ ਵਿਧੀਆਂ ਜਿੱਦਾਂ ਹਨ ਸਵੈ ਪੋਸ਼ੀ, ਵਿਖਮ ਪੋਸ਼ੀ, ਪਰਪੋਸ਼ੀ, ਪਰਜੀਵੀ, ਮਿਤਹਾਰੀ, ਠੀਕ ਹੈ। ਇਹ ਸਾਰਿਆਂ ਦੀ ਮਤਲਬ ਸਾਰੇ ਊਰਜਾ ਜੋ ਆ, ਊਰਜਾ ਦਾ ਸਰੋਤ ਇਹਨਾਂ ਲਈ ਕੀ ਆ? ਸੂਰਜ ਹੀ ਆ। ਪਰਜੀਵੀ ਕੀ ਹੁੰਦੇ? ਉਹ ਜੀਵ ਜਿਹੜੇ ਪਰਪੋਸ਼ੀ ਨੂੰ ਅਮੋਲ ਪੋਸ਼ਕਾਂ ਤੋਂ ਵਾਂਝੇ ਕਰ ਦਿੰਦੇ ਆ। ਪਰਜੀਵੀ ਕਿਹੜੇ ਜੀਵ ਹਨ? ਜਿਹੜੇ ਪਰਪੋਸ਼ੀ ਨੂੰ, ਠੀਕ ਹੈ, ਉਹਨੂੰ ਆਪਣੇ ਜਿਹੜੇ ਅਮੋਲ ਪੋਸ਼ਕਾਂ ਤੋਂ ਆ ਵਾਂਝਾ ਕਰ ਦਿੰਦੇ ਆ। ਅਤੇ ਕੀਟਹਾਰੀ ਪੌਦੇ ਕੀਟ ਖਾਣ ਵਾਲੇ ਹੁੰਦੇ ਹਨ। ਲਾਈਕੇਨ ਇੱਕ ਸਿੰਬੋਸਿਸ ਪ੍ਰੋਸੈਸ ਨੂੰ ਦਰਸਾਉਂਦਾ ਹੈ, ਸਹਿਜੀਵ ਸੰਬੰਧ, ਠੀਕ ਹੈ, ਸਹਿਜੀਵ ਸੰਬੰਧ ਨੂੰ। ਕੋਸ਼ਿਕਾਂ ਜਿਹੜੀਆਂ ਆ ਸੰਜੀਵ ਦੇ ਸਰੀਰ ਦੀ ਕੀ ਆ? ਇਕਾਈ ਹੈ। ਪੁੱਛਿਆ ਜਾਂਦਾ ਸੰਜੀਵ ਦੇ ਸਰੀਰ ਦੀ ਇਕਾਈ ਕੀ ਹੈ? ਕੋਸ਼ਿਕਾਵਾਂ। ਸੈਵਾਲ ਤਲਾਬ ਵਿੱਚ ਜਿਹੜੇ ਪਾਏ ਜਾਣ ਵਾਲੇ ਅਵਪੱਕੀ ਪੌਦੇ ਹਨ, ਮਤਲਬ ਕਿ ਇਹ ਤਲਾਬਾਂ ਵਿੱਚ ਪਾਏ ਜਾਂਦੇ ਆ। ਸੈਵਾਲ ਜਿਹੜੇ ਆ ਪ੍ਰਕਾਸ਼ ਸੰਸਲੇਸ਼ਣ ਦੁਆਰਾ ਆਪਣਾ ਭੋਜਨ ਜਿਹੜਾ ਉਹ ਬਣਾਉਂਦੇ ਹਨ। ਸੋ ਜੀ ਤੁਹਾਨੂੰ ਸਮਝ ਆ ਗਿਆ ਕਿ ਪੱਤਿਆਂ ਉੱਪਰ ਜਿਹੜੇ ਸਟੋਮੈਟਾ ਹੁੰਦੇ ਆ ਉਹ ਗੈਸਾਂ ਦੇ ਆਦਾਨ ਪ੍ਰਦਾਨ ਵਿੱਚ ਸਹਾਇਤਾ ਕਰਦੇ ਆ। ਸੂਰਜ ਇਹਨਾਂ ਸਾਰਿਆਂ ਲਈ ਊਰਜਾ ਦਾ ਸੋਮਾ ਆ। ਅਤੇ ਪਰਜੀਵੀ ਉਹ ਜੀਵ ਆ ਜਿਹੜੇ ਪਰਪੋਸ਼ੀ ਨੂੰ ਅਮੋਲ ਪੋਸ਼ਕਾਂ ਤੋਂ ਵਾਂਝੇ ਰੱਖਦੇ ਆ, ਠੀਕ ਹੈ। ਅਤੇ ਕੀਟਹਾਰੀ ਆ ਜਿਹੜੇ ਕੀਟ ਖਾਂਦੇ ਆ। ਅਤੇ ਲਾਈਕੇਨ ਜਿਹੜੀ ਆ ਉਹ ਇਹ ਪੁੱਛਿਆ ਜਾਂਦਾ ਪੇਪਰ 'ਚ ਸਹਿਜੀਵ ਸੰਬੰਧ ਕਿਹੜਾ ਜੀਵ ਦਰਸਾਉਂਦਾ ਹੈ? ਉੱਥੇ ਆਪਸ਼ਨ 'ਚ ਲਾਈਕੇਨ ਹੋਏਗਾ, ਅਤੇ ਲਾਈਕਨ ਵਿਲ ਬੀ ਯੂਅਰ ਆਨਸਰ। ਕੋਸ਼ਿਕਾਵਾਂ ਜਿਹੜੀਆਂ ਆ ਸੰਜੀਵ ਦੇ ਸਰੀਰ ਦੀ ਕੀ ਆ? ਇਕਾਈ ਆ, ਠੀਕ ਹੈ। ਸ਼ੈਵਾਲ ਕਿੱਥੇ ਆ? ਤਲਾਬ ਵਿੱਚ ਪਾਏ ਜਾਣ ਵਾਲੇ ਅਪੱਕੀ ਪੌਦੇ ਹਨ, ਅਤੇ ਆ ਪ੍ਰਕਾਸ਼ ਸੰਸਲੇਸ਼ਣ ਦੁਆਰਾ ਹੀ ਆਪਣਾ ਭੋਜਨ ਬਣਾਉਂਦੇ ਹਨ। ਹੁਣ ਗੱਲ ਆ ਜਾਂਦੀ ਜੀ ਪੋਸ਼ਕ ਤੱਤ। ਭੋਜਨ ਦੇ ਘਟਕ ਜੋ ਸਰੀਰ ਦੇ ਵਾਧੇ ਲਈ ਜ਼ਰੂਰੀ ਹਨ ਉਹ ਕੀ ਹੁੰਦੇ ਆ? ਪੋਸ਼ਕ ਹੁੰਦੇ ਆ। ਪੋਸ਼ਣ ਜੀਵ ਦੁਆਰਾ ਭੋਜਨ ਨੂੰ ਗ੍ਰਹਿਣ ਕਰਨਾ ਅਤੇ ਫਿਰ ਉਹਨੂੰ ਪਚਾਉਣਾ, ਉਸ ਵਿਧੀ ਨੂੰ ਕੀ ਕਹਿੰਦੇ ਆ? ਪੋਸ਼ਣ, ਠੀਕ ਹੈ ਜੀ। ਪੋਸ਼ਣ ਇੱਕ ਵਿਧੀ ਆ ਜਿਹਦੇ ਦੁਆਰਾ ਜੀਵ ਭੋਜਨ ਗ੍ਰਹਿਣ ਕਰਦੇ ਹਨ ਅਤੇ ਫਿਰ ਉਹਨੂੰ ਪਚਾਉਂਦੇ ਵੀ ਆ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਸਾਡੇ ਕੋਲ ਸਵੈ ਪੋਸ਼ਣ। ਪੋਸ਼ਣ ਦੀ ਉਹ ਵਿਧੀ ਜਿਸ ਵਿੱਚ ਜੀਵ ਸਰਲ ਪਦਾਰਥਾਂ ਤੋਂ ਆਪਣਾ ਭੋਜਨ ਤਿਆਰ ਕਰਦੇ ਆ। ਸਿੰਪਲ ਸਰਲ ਪਦਾਰਥਾਂ ਤੋਂ ਜਦੋਂ ਆਪਣਾ ਭੋਜਨ ਤਿਆਰ ਕਰਦੇ ਆ ਨਾ ਉਹਨੂੰ ਬੋਲਦੇ ਸਵੈ ਪੋਸ਼ਣ। ਅਤੇ ਫਿਰ ਵਿਖਮ ਪੋਸ਼ਣ ਕੀ ਆ? ਜਿਸ ਵਿੱਚ ਜੀਵ ਆ ਪੋਸ਼ਣ ਦੇ ਲਈ ਹਰੇ ਪੌਦਿਆਂ ਤੋਂ, ਮਤਲਬ ਹਰੇ ਪੌਦਿਆਂ ਦਾ ਜਿਹੜਾ ਬਣਾਇਆ ਹੋਇਆ ਭੋਜਨ ਆ ਨਾ ਉਹਦੇ 'ਤੇ ਨਿਰਭਰ ਕਰਦੇ ਆ।
ਉਹ ਹੋ ਗਏ ਵਿਖਮ ਪੋਸ਼ੀ, ਠੀਕ ਹੈ, ਹੈਟਰੋਟ੍ਰॉप ਜਿਹੜੇ ਆਪਾਂ ਪੜ੍ਹੇ ਸੀ। ਉਸ ਤੋਂ ਬਾਅਦ ਹੈ ਪ੍ਰਕਾਸ਼ ਸੰਸਲੇਸ਼ਨ, ਭੋਜਨ ਦੇ ਬਣਾਉਣ ਦੀ ਪ੍ਰਕਿਰਿਆ ਜਿਸ ਵਿੱਚ ਕਾਰਬਨ ਡਾਈਆਕਸਾਈਡ, ਪਾਣੀ, ਸੂਰਜ ਦੇ ਪ੍ਰਕਾਸ਼ ਦਾ ਜਿਹੜਾ ਯੂਜ਼ ਕਰਦੇ ਆ। ਉਸ ਤੋਂ ਬਾਅਦ ਸਟੋਮੈਟਾ, ਜਿਹੜੇ ਪੱਤਿਆਂ ਦੇ ਉੱਪਰ ਪਾਏ ਜਾਣ ਵਾਲੇ ਛੋਟੇ ਛੋਟੇ ਛੇਕ ਆ ਜਿਹਦੀ ਹੈਲਪ ਨਾਲ ਉਹ ਗੈਸਾਂ ਦਾ ਆਦਾਨ ਪ੍ਰਦਾਨ ਕਰਦੇ ਸੀ। ਕੀਟਹਾਰੀ ਪੌਦੇ ਜਿਹੜੇ ਕੀਟਾਂ ਨੂੰ ਖਾਂਦੇ ਆ, ਠੀਕ ਹੈ। ਮ੍ਰਿਤ ਜੀਵੀ ਪੋਸ਼ਣ, ਇਹ ਹੈਗੀ ਉਹ ਵਿਧੀ ਜਿਹਦੇ ਵਿੱਚ ਜੀਵ ਜਾਂ ਮ੍ਰਿਤ ਜਾਂ ਵਿਘਟਨਕਾਰੀ ਪਦਾਰਥਾਂ ਤੋਂ ਘੋਲ ਦੇ ਰੂਪ ਵਿੱਚ ਭੋਜਨ ਗ੍ਰਹਿਣ ਕਰਦੇ, ਸੋ ਮ੍ਰਿਤ ਤੋਂ, ਠੀਕ ਹੈ, ਉਹਨਾਂ ਤੋਂ। ਸੋ ਅੱਗੇ ਸਹਿਜੀਵੀ ਸੰਬੰਧ, ਜੀਵ ਦੁਆਰਾ ਆਸਰਾ ਤੇ ਪੋਸ਼ਕ ਤੱਤਾਂ ਨੂੰ ਇੱਕ ਦੂਜੇ ਨਾਲ ਵੰਡਣਾ, ਮਤਲਬ ਇੱਕ ਆਸਰਾ ਉਹਨੇ ਲੈ ਲੈਣਾ, ਦੂਸਰੇ ਨੂੰ ਭੋਜਨ ਦੇ ਦੇਣਾ, ਠੀਕ ਹੈ। ਇਹਦੇ ਵਿੱਚ ਆਪਾਂ ਇਹਦੀ ਐਗਜ਼ਾਮਪਲ ਵੀ ਕੀਤੀ ਸੀ ਨਾ, ਕਿਹੜੀ ਸੀਗੀ, ਲਾਈਕੇਨ, ਇਹ ਇੰਪੋਰਟੈਂਟ ਆ। ਉਸ ਤੋਂ ਬਾਅਦ ਜੀਵਾਂ ਨੂੰ ਭੋਜਨ ਦੀ ਜ਼ਰੂਰਤ ਕਿਉਂ ਹੁੰਦੀ ਆ, ਸਰੀਰਕ ਦੇ ਵਾਧੇ ਲਈ, ਰੱਖ ਰਖਾਅ ਲਈ, ਜ਼ਰੂਰੀ ਊਰਜਾ ਪ੍ਰਾਪਤ ਕਰਨ ਲਈ। ਨੈਕਸਟ ਹੈ ਪਰਜੀਵੀ ਤੇ ਮ੍ਰਿਤ ਜੀਵੀ ਵਿੱਚ ਕੀ ਅੰਤਰ ਹੈਗਾ ਜੀ, ਪੈਰਾਸਾਈਟ ਤੇ ਸੈਪਰੋਫਾਈਟਸ ਦੇ ਵਿੱਚ। ਇਹ ਜੀਵ ਦੂਸਰੇ ਸੰਜੀਵਾਂ ਉੱਪਰ ਭੋਜਨ ਦੇ ਲਈ ਨਿਰਭਰ ਹੁੰਦੇ ਆ, ਠੀਕ ਹੈ। ਪਰਜੀਵੀ ਜਿਹੜੇ ਦੂਸਰੇ ਜੀਵਾਂ ਤੇ, ਠੀਕ ਹੈ, ਪੌਦਿਆਂ ਤੇ ਨਹੀਂ ਗੱਲ ਕੀਤੀ, ਜੀਵਾਂ ਤੇ ਹੀ ਨਿਰਭਰ ਹੁੰਦੇ ਆ। ਇਹ ਜੀਵ ਮ੍ਰਿਤ ਪਦਾਰਥਾਂ ਤੋਂ, ਮ੍ਰਿਤ ਜੀਵੀ ਮਤਲਬ ਮ੍ਰਿਤ ਪਦਾਰਥਾਂ ਤੋਂ ਆਪਣਾ ਭੋਜਨ ਪ੍ਰਾਪਤ ਕਰਦੇ ਆ। ਇਹ ਲਈ ਕੁਝ ਵਿਸ਼ੇਸ਼ ਅੰਗ ਵਿਕਸਿਤ ਕਰਦੇ ਹਨ, ਠੀਕ ਹੈ, ਜਿੱਦਾਂ ਅਮਰਵੇਲ ਹੋ ਗਈ, ਫੀਤਾ ਕਿਰਮ, ਗੋਲਾ ਕਿਰਮ, ਇਹ ਨਾਮ ਯਾਦ ਕਰਨੇ ਜ਼ਰੂਰੀ ਹੈ। ਅਮਰਵੇਲ, ਫੀਤਾ ਕਿਰਮ, ਗੋਲਾ ਕਿਰਮ, ਇਹ ਕਿਹਚ ਆ, ਪੈਰਾਸਾਈਟਿਕ। ਉਹ ਪੇਪਰ 'ਚ ਨਾ ਐਗਜ਼ਾਮਪਲ ਦੇਗਾ, 3 ਇਹ ਦੇ ਦੇਗਾ, 1 ਨਹੀਂ ਹੋਏਗਾ ਇਹ, ਤੇ ਉਹ ਪੁੱਛੇਗਾ ਇਹਨਾਂ ਵਿੱਚੋਂ ਕਿਹੜਾ ਨਹੀਂ ਹੈ। ਤੇ ਮ੍ਰਿਤ ਜੀਵੀ ਆ, ਇਹਨਾਂ ਵਿੱਚ ਕੁਝ ਐਂਜ਼ਾਈਮਾਂ ਦਾ ਰਿਸਾਵ ਕਰਦੇ ਹਨ, ਠੀਕ ਹੈ। ਇਹ ਲਈ ਕੁਝ ਵਿਸ਼ੇਸ਼ ਅੰਗ ਵਿਕਸਿਤ ਕਰਦੇ ਸਨ, ਇਹ 'ਚ ਕੁਝ ਐਂਜ਼ਾਈਮ ਦਾ ਰਿਸਾਵ ਕਰਦੇ ਆ ਜੋ ਭੋਜਨ ਨੂੰ ਘੋਲ ਵਿੱਚ, ਕਿਉਂਕਿ ਘੋਲ ਰੂਪ 'ਚ ਲੈਂਦੇ ਸੀ ਨਾ ਆਪਾਂ ਪੜ੍ਹਿਆ ਵਿੱਚ, ਸੋ ਇਹ ਕੁਝ ਐਂਜ਼ਾਈਮਸ ਦਾ ਰਿਸਾਵ ਕਰਦੇ ਆ, ਠੀਕ ਹੈ। ਪੁੱਛਿਆ ਜਾ ਸਕਦਾ ਇਹਨਾਂ ਦੀਆਂ ਪ੍ਰੋਪਰਟੀਜ਼ ਦੇ ਵਿੱਚ, ਠੀਕ ਹੈ, ਇਹਨਾਂ ਦੇ ਗੁਣਾਂ ਦੇ ਵਿੱਚ। ਨੈਕਸਟ ਹੈ ਤੁਸੀਂ ਪੱਤੇ ਵਿੱਚ ਸਟਾਰਚ ਦੀ ਮੌਜੂਦਗੀ ਦਾ ਕਿੱਦਾਂ ਨਿਰੀਖਣ ਕਰੋਗੇ, ਕਿ ਪੱਤੇ ਵਿੱਚ ਸਟਾਰਚ ਹੈ ਕਿ ਨਹੀਂ, ਕਿੱਦਾਂ ਪਤਾ ਲੱਗੇਗਾ। ਤੁਸੀਂ ਕੀ ਕਰੋ, ਕੁਝ ਪੱਤੇ ਲੈ ਲਓ, ਕੁਝ ਮਿੰਟਾਂ ਲਈ ਉਹਨੂੰ ਪਾਣੀ ਵਿੱਚ ਉਬਾਲੋ ਤਾਂ ਕਿ ਉਹਨਾਂ ਵਿੱਚ ਜਿੰਨਾ ਵੀ ਹਰਾ ਵਰਣਕਾ ਉਹ ਨਿਕਲ ਜਾਵੇ, ਠੀਕ ਹੈ। ਹੁਣ ਪੱਤਿਆਂ ਉੱਪਰ 2-3 ਬੂੰਦਾਂ ਆਇਓਡੀਨ ਦੀਆਂ ਪਾਓ। ਜੇ ਤਾਂ ਪੱਤੇ ਦਾ ਰੰਗ ਜਿਹੜਾ ਨੀਲਾ ਜਾਂ ਕਾਲਾ ਰੰਗ ਹੋ ਜਾਂਦਾ ਤਾਂ ਇਹਦੇ ਵਿੱਚ ਮਤਲਬ ਸਟਾਰਚ ਹੈ, ਅਦਰਵਾਈਜ਼ ਨਹੀਂ ਹੈ। ਸਿੰਪਲ ਹੈ ਨਾ, ਪੱਤਿਆਂ ਨੂੰ ਲੈ ਕੇ ਉਬਾਲ ਲਓ ਤਾਂ ਕਿ ਉਹਨਾਂ 'ਚ ਹਰਾ ਜਿਹੜਾ ਵਰਣਕਾ ਨਿਕਲ ਜਾਵੇ। ਫਿਰ 2-3 ਬੂੰਦਾਂ ਤੁਸੀਂ ਆਇਓਡੀਨ ਦੀਆਂ ਪਾਓ, ਜੇ ਨੀਲਾ ਜਾਂ ਕਾਲਾ ਰੰਗ ਹੋ ਜਾਂਦਾ ਤਾਂ ਮਤਲਬ ਉਹ 'ਚ ਸਟਾਰਚ ਹੈ। ਨੈਕਸਟ ਆ ਹਰੇ ਪੌਦਿਆਂ ਵਿੱਚ ਪ੍ਰਕਾਸ਼ ਸੰਸਲੇਸ਼ਨ ਦੀ ਵਿਆਖਿਆ ਕਰੋ ਸੰਖੇਪ ਦੇ ਵਿੱਚ। ਕੀ ਕਰਦੇ ਆ ਇਹ, CO2, ਵਾਟਰ, ਠੀਕ ਹੈ, ਮਤਲਬ ਪਾਣੀ, ਕਾਰਬਨ ਡਾਈਆਕਸਾਈਡ ਤੇ ਸੂਰਜ ਦਾ ਪ੍ਰਕਾਸ਼, ਇਹਨਾਂ ਨੂੰ ਲੈ ਕੇ, ਠੀਕ ਹੈ, ਜਿੰਨੇ ਵੀ ਇਹ ਵਾਲੀ ਪ੍ਰਕਿਰਿਆ ਵਿੱਚ ਸੌਰ ਊਰਜਾ ਜਿਹੜੀ ਸੂਰਜ ਤੋਂ ਊਰਜਾ ਲਈ ਉਹਨੂੰ ਰਸਾਇਣਿਕ ਊਰਜਾ 'ਚ ਬਦਲਦੇ। ਇਹ ਪੁੱਛਿਆ ਜਾ ਸਕਦਾ ਜੋ ਪ੍ਰਕਾਸ਼ ਸੰਸਲੇਸ਼ਨ ਆ ਉਹਦੇ ਵਿੱਚ ਕਿਹੜੀ ਊਰਜਾ 'ਚ ਕਨਵਰਟ ਹੁੰਦੀ, ਸੌਰ ਊਰਜਾ ਰਸਾਇਣਿਕ ਊਰਜਾ ਵਿੱਚ ਕਨਵਰਟ ਹੁੰਦੀ ਹੈ, ਠੀਕ ਹੈ ਜੀ। ਨੈਕਸਟ ਦੇਖੋ, ਕਿਸੇ ਪ੍ਰਵਾਹ ਚਿੱਤਰ ਦੀ ਸਹਾਇਤਾ ਨਾਲ ਦਰਸਾਓ ਕਿ ਪੌਦੇ ਭੋਜਨ ਦੇ ਮੂਲਭੂਤ ਸਰੋਤ ਹਨ। ਦੇਖੋ ਪੌਦੇ ਤੋਂ ਹੀ ਸਾਰਾ ਕੁਛ ਆ, ਹੈ ਨਾ। ਇਹ ਹਿਰਨ ਆ, ਜਿੱਦਾਂ ਦੇਖੋ ਇਹ ਹਿਰਨ ਪੌਦਾ ਖਾਂਦਾ, ਹਿਰਨ ਨੂੰ ਸ਼ੇਰ ਨੇ ਖਾ ਲਿਆ, ਸ਼ੇਰ ਬੱਕਰੀ ਨੂੰ ਵੀ ਖਾ ਲੈਂਦਾ, ਠੀਕ ਹੈ, ਪਰ ਬੱਕਰੀ ਵੀ ਕਿਹਦੇ 'ਤੇ, ਪੌਦੇ 'ਤੇ ਨਿਰਭਰ ਕਰਦੀ ਆ, ਠੀਕ ਹੈ ਨਾ। ਸੋ ਇਹ ਮਤਲਬ ਕਿ ਸਾਰੇ ਹੈ ਕਿਹੜੇ ਆ, ਹੈ ਕਿਤੇ ਸਾਰੇ ਪੌਦੇ 'ਤੇ ਨਿਰਭਰ ਆ, ਠੀਕ ਹੈ। ਸੋ ਇਸ ਲਈ ਮਤਲਬ ਕਿ ਤੁਸੀਂ ਇਹ 'ਚੋਂ ਯਾਦ ਰੱਖੋ ਕਿ ਮੂਲ ਜਿਹੜਾ ਆ ਨਾ, ਮੂਲਭੂਤ ਸਰੋਤ ਆ ਭੋਜਨ ਦਾ, ਉਹ ਪੌਦੇ ਹੀ ਆ। ਇਹ ਪੁੱਛਿਆ ਜਾ ਸਕਦਾ ਕਿ ਮੂਲਭੂਤ ਸਰੋਤ ਕਿਹੜਾ ਹੈਗਾ ਭੋਜਨ ਦਾ, ਪੌਦੇ। ਨੈਕਸਟ ਆ ਖਾਲੀ ਥਾਵਾਂ ਭਰੋ। ਕਿਉਂਕਿ ਹਰੇ ਪੌਦੇ ਆਪਣਾ ਭੋਜਨ ਆਪ ਬਣਾਉਂਦੇ ਹਨ, ਇਸ ਲਈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸਵੈ ਪੋਸ਼ੀ। ਜਿਹੜੇ ਆਪਣਾ ਭੋਜਨ ਆਪ ਬਣਾਉਂਦੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ, ਸਵੈ ਪੋਸ਼ੀ। ਉਸ ਤੋਂ ਬਾਅਦ ਹੈ ਪੌਦਿਆਂ ਦੁਆਰਾ ਸੰਸਲਿਤ ਭੋਜਨ ਦਾ ਭੰਡਾਰਨ ਕਿਹਦੇ ਰੂਪ 'ਚ ਕੀਤਾ ਜਾਂਦਾ, ਮਤਲਬ ਜਿੰਨਾ ਉਹਨਾਂ ਨੇ ਭੋਜਨ ਬਣਾ ਲਿਆ ਉਹ ਕਿਸ ਰੂਪ 'ਚ ਸਟੋਰ ਹੁੰਦਾ, ਸਟਾਰਚ ਦੇ ਰੂਪ ਵਿੱਚ। ਕਿਸ ਰੂਪ ਵਿੱਚ, ਸਟਾਰਚ ਦੇ ਰੂਪ ਵਿੱਚ ਸਟੋਰ ਹੁੰਦਾ, ਦੀ ਮੋਸਟ ਇੰਪੋਰਟੈਂਟ। ਨੈਕਸਟ ਹੈ ਜੀ ਪ੍ਰਕਾਸ਼ ਸੰਸਲੇਸ਼ਨ ਦੀ ਪ੍ਰਕਿਰਿਆ ਜਿਸ ਵਿੱਚ ਵਰਣਕ ਦੇ ਦੁਆਰਾ ਸੂਰਜੀ ਊਰਜਾ ਸੰਗ੍ਰਹਿਤ ਕੀਤੀ ਜਾਂਦੀ ਹੈ ਉਹਨੂੰ ਕੀ ਕਹਿੰਦੇ ਆ, ਕਲੋਰੋਫਿਲ, ਠੀਕ ਹੈ। ਕੀ ਕਿਹਾ ਜਾਂਦਾ ਉਹਨੂੰ, ਕਲੋਰੋਫਿਲ। ਪ੍ਰਕਾਸ਼ ਸੰਸਲੇਸ਼ਨ ਵਿੱਚ ਪੌਦੇ ਵਾਯੂਮੰਡਲ ਵਿੱਚ ਕੀ ਲੈਂਦੇ ਆ, ਕਾਰਬਨ ਡਾਈਆਕਸਾਈਡ ਲੈਂਦੇ ਆ ਤੇ ਕਿਹਦਾ ਉਤਪਾਦਨ ਕਰਦੇ ਆ, ਫਿਰ ਬਣਾਉਂਦੇ ਕੀ ਆ, ਆਕਸੀਜਨ। ਕਾਰਬਨ ਡਾਈਆਕਸਾਈਡ ਲੈ ਲੈਂਦੇ ਆ ਤੇ ਆਕਸੀਜਨ ਸਾਨੂੰ ਫਿਰ ਉਹ ਦਿੰਦੇ ਆ, ਠੀਕ ਹੈ ਜੀ। ਪ੍ਰਕਾਸ਼ ਸੰਸਲੇਸ਼ਨ ਦੀ ਵਿਧੀ 'ਚ ਇਹੀ ਹੁੰਦਾ ਹੈ। ਨੈਕਸਟ ਹੈ ਜੀ ਕੁਛ ਕਿ ਨਾ ਸੰਬੰਧਿਤ ਪਰਿਭਾਸ਼ਿਕ ਸ਼ਬਦ ਦੱਸਣੇ ਅਸੀਂ। ਕਮਜ਼ੋਰ ਤਣੇ ਵਾਲਾ ਪਰਜੀਵੀ ਪੌਦਾ, ਇਹ ਸਿੱਧੇ ਤੁਹਾਨੂੰ ਪੇਪਰ 'ਚ ਇੱਦਾਂ ਦੇ ਕੁਐਸਚਨ ਦੇਖਣ ਨੂੰ ਮਿਲਣਗੇ। ਕਮਜ਼ੋਰ ਤਣੇ ਵਾਲਾ ਪਰਜੀਵੀ ਪੌਦਾ ਕਿਹੜਾ, ਅਮਰਵੇਲ। ਪੜ੍ਹਿਆ ਹੀ ਨਾ ਉਹਦੇ ਵਿੱਚ ਪਰਜੀਵੀ ਪੈਰਾਸਾਈਟਸ ਦੇ ਵਿੱਚ। ਸੋ ਕੈਸਕਟ ਆ, ਅਮਰਵੇਲ ਜਿਹੜੀ ਆ ਉਹ ਇੱਕ ਕਮਜ਼ੋਰ ਤਣੇ ਵਾਲਾ ਹੈ ਕਿਹੜਾ ਪੌਦਾ, ਪਰਜੀਵੀ। ਇੱਕ ਪੌਦਾ ਜਿਸ ਵਿੱਚ ਸਵੈ ਪੋਸ਼ਣ ਤੇ ਵਿਖਮ ਪੋਸ਼ਣ ਦੋਵੇਂ ਹੀ ਪ੍ਰਣਾਲੀਆਂ ਮਿਲਣ, ਮਤਲਬ ਉਹ ਸਵੈ ਪੋਸ਼ਣ ਵੀ ਕਰੇ ਨਾਲ ਵਿਖਮ ਪੋਸ਼ਣ ਵੀ, ਉਹ ਹੈਗਾ ਪਿਕਚਰ ਪਲਾਂਟ, ਘੜਾ ਬੂਟੀ ਕਹਿੰਦੇ ਇਹਨੂੰ, ਘੜਾ ਬੂਟੀ। ਇਹ 'ਚ ਸਵੈ ਪੋਸ਼ਣ ਵੀ ਆ ਤੇ ਵਿਖਮ, ਆਟੋਟ੍ਰੋਪ ਹੈਟਰੋਟ੍ਰੋਪ ਦੋਨੇ ਪ੍ਰਣਾਲੀਆਂ ਮਿਲਦੀਆਂ ਇਹ 'ਚ।
ਉਹ ਛਿੱਦਰ ਜਿਨ੍ਹਾਂ ਦੇ ਦੁਆਰਾ ਪੱਤਿਆਂ ਵਿੱਚ ਗੈਸ ਦਾ ਵਟਾਂਦਰਾ ਹੁੰਦਾ ਦੱਸਿਆ ਸੀ ਸਟੋਮੈਟਾ, ਉਹਨਾਂ ਦੁਆਰਾ ਹੀ ਪੱਤਿਆਂ 'ਚ ਗੈਸ ਦਾ ਆਦਾਨ ਪ੍ਰਦਾਨ ਹੁੰਦਾ ਨਾ। ਠੀਕ ਹੈ ਜੀ। ਨੈਕਸਟ ਹੈ ਜੀ ਸਹੀ ਉੱਤਰ ਤੇ ਨਿਸ਼ਾਨ ਲਗਾਓ। ਅਮਲਵੇਲ ਉਦਾਹਰਨ ਹੈ ਕਿਸੇ। ਅਮਰਵੇਲ ਕਿਹਦੀ ਉਦਾਹਰਨ ਹੈ? ਕੀਤਾ ਆਪਾਂ ਪਰਜੀਵੀ ਦੀ। ਕੀਟ ਨੂੰ ਫੜ ਕੇ ਆਪਣਾ ਭੋਜਨ ਬਣਾਉਣ ਵਾਲੇ ਉਹਨਾਂ ਨੂੰ ਕਹਿੰਦੇ ਘੜਾ ਬੂਟੀ। ਠੀਕ ਹੈ, ਉਹ ਕੀਟ ਜਿਹੜੇ ਆਪਣੇ ਦੇ ਵਿੱਚ ਐਡ ਕਰ ਲੈਂਦੇ ਦਾ ਫੜ ਲੈਂਦੇ ਆ ਉਹਨੂੰ ਤੇ ਉੱਪਰੋਂ ਪੌਦਾ ਬੰਦ ਹੋ ਜਾਂਦਾ ਹੈ। ਠੀਕ ਹੈ, ਤੁਸੀਂ ਇਹ ਸਰਚ ਕਰ ਸਕਦੇ ਹੋ ਨੈਟ 'ਤੇ ਪਿਕਚਰ ਪਲਾਂਟਸ। ਨੈਕਸਟ ਹੈ ਜੀ ਮਿਲਾਣੇ ਆ ਕਲੋਰੋਫਿਲ ਪੱਤਿਆਂ 'ਚ ਹੁੰਦੀ ਆ। ਠੀਕ ਹੈ, ਮਤਲਬ ਇਹਨਾਂ ਨੇ ਸਹੀ ਇੱਥੇ ਮਿਲਾਉਣ ਲਈ ਕਿਹਾ ਹੋਇਆ। ਠੀਕ ਹੈ, ਕਿ ਕਿਹੜਾ ਕਿਹਦੇ ਨਾਲ ਮੈਚ ਹੁੰਦਾ। ਕਲੋਰੋਫਿਲ ਪੱਤਿਆਂ 'ਚ ਨਾਈਟ੍ਰੋਜਨ ਜੀਵਾਣੂ, ਅਮਰਬਿਲ ਕੀ ਸੀ ਪਰਜੀਵੀ, ਜੰਤੂ ਕੀ ਹੁੰਦੇ ਪਰਪੋਸ਼ਿਤ, ਕੀਟ ਖਾਣ ਵਾਲੇ ਨੂੰ ਪੌਦੇ ਨੂੰ ਕੀ ਕਹਿੰਦੇ ਘੜਾ ਬੂਟੀ। ਕੀ ਕਿਹਾ ਜਾਂਦਾ? ਘੜਾ ਬੂਟੀ। ਉਸ ਤੋਂ ਬਾਅਦ ਜੀ ਹੈ ਹੇਠ ਲਿਖਿਆਂ ਵਿੱਚ ਠੀਕ ਤੇ ਗਲਤ ਅਜਿਹੇ ਪੌਦੇ ਜੋ ਆਪਣਾ ਭੋਜਨ ਆਪ ਪਹਿਲਾਂ ਇਹ ਹੈ ਪ੍ਰਕਾਸ਼ ਸੰਸਲੇਸ਼ਣ ਵਿੱਚ ਕਾਰਬਨ ਡਾਈਆਕਸਾਈਡ ਮੁਕਤ ਹੁੰਦੀ ਹੈ। ਨਹੀਂ, ਇਹ 'ਚ ਕਾਰਬਨ ਡਾਈਆਕਸਾਈਡ ਲਈ ਜਾਂਦੀ ਹੈ, ਮੁਕਤ ਕੀ ਹੁੰਦੀ ਹੈ ਉਹ 'ਚ ਆਕਸੀਜਨ। ਅਜਿਹੇ ਪੌਦੇ ਜੋ ਆਪਣਾ ਭੋਜਨ ਖੁਦ ਬਣਾਉਣ ਉਹਨਾਂ ਨੂੰ ਮ੍ਰਿਤ ਜੀਵੀ ਕਹਿੰਦੇ ਆ। ਨਹੀਂ, ਉਹ ਤਾਂ ਸਵੈ-ਪੋਸ਼ੀ ਹੁੰਦੇ ਆ। ਠੀਕ ਹੈ, ਸੋ ਵੀ ਗਲਤ ਹੋ ਗਿਆ। ਪ੍ਰਕਾਸ਼ ਸੰਸਲੇਸ਼ਣ ਦੀ ਉਪਜ ਪ੍ਰੋਟੀਨ ਹੈ। ਨਹੀਂ, ਇਹਦੇ ਵਿੱਚ ਤਾਂ ਕਾਰਬੋਹਾਈਡਰੇਟਸ ਬਣਦੇ ਆ। ਠੀਕ ਹੈ, ਸੋ ਗਲਤ ਹੋ ਗਿਆ। ਸਟਾਰਚ ਸੀ ਨਾ ਅੱਗੇ ਬਣੇ ਕਾਰਬੋਹਾਈਡਰੇਟਸ ਦਾ ਪਾਰਟ ਆ। ਪ੍ਰਕਾਸ਼ ਸੰਸਲੇਸ਼ਣ ਵਿੱਚ ਸੂਰਜੀ ਊਰਜਾ ਦਾ ਰਸਾਇਣਿਕ ਊਰਜਾ ਵਿੱਚ ਰੂਪਾਂਤਰਨ ਹੁੰਦਾ। ਬਿਲਕੁਲ ਸਹੀ, ਮੈਂ ਤੁਹਾਨੂੰ ਦੱਸਿਆ ਸੀ ਪ੍ਰਕਾਸ਼ ਸੰਸਲੇਸ਼ਣ ਵਿੱਚ ਕੀ ਹੁੰਦਾ, ਸੂਰਜੀ ਊਰਜਾ ਕਿਸ ਕਨਵਰਟ ਹੋ ਜਾਂਦੀ ਰਸਾਇਣਿਕ ਊਰਜਾ ਵਿੱਚ। ਨੈਕਸਟ ਹੈ ਜੀ ਸਹੀ ਵਿਕਲਪ ਚੁਣਨਾ ਤੁਸੀਂ। ਪੌਦੇ ਦੇ ਕਿਸ ਭਾਗ ਦੁਆਰਾ ਪ੍ਰਕਾਸ਼ ਸੰਸਲੇਸ਼ਣ ਲਈ ਹਵਾ ਵਿੱਚੋਂ ਕਾਰਬਨ ਡਾਈਆਕਸਾਈਡ ਲਈ ਸਟੋਮੇਟਾ ਛੋਟੇ ਛੋਟੇ ਛੇਕ ਹੁੰਦੇ ਆ ਨਾ ਉਹਦੇ ਵਿੱਚ, ਉਹ ਉਹਨਾਂ ਦੁਆਰਾ ਜਿਹੜਾ ਗੈਸਾਂ ਦਾ ਆਦਾਨ ਪ੍ਰਦਾਨ ਹੁੰਦਾ ਉਹਨਾਂ ਨੂੰ ਕੀ ਕਹਿੰਦੇ ਆ? ਸਟੋਮੈਟਾ। ਉਸ ਤੋਂ ਬਾਅਦ ਹੈ ਜੀ ਵਾਯੂਮੰਡਲ ਵਿੱਚ ਮੁੱਖ ਰੂਪ ਵਿੱਚ ਜਿਸ ਭਾਗ ਦੁਆਰਾ ਪੌਦੇ ਕਾਰਬਨ ਡਾਈਆਕਸਾਈਡ ਪ੍ਰਾਪਤ ਕਰਦੇ ਆ, ਕਿਹੜਾ ਭਾਗ ਆ? ਪੱਤੇ। ਪੱਤਿਆਂ 'ਚ ਹੁੰਦੇ ਨਾ ਛੋਟੇ ਛੋਟੇ ਸਟੋਮੈਟਾ, ਉਹ ਸੋ ਭਾਗ ਹੋ ਗਿਆ ਪੱਤਾ। ਨੈਕਸਟ ਹੈ ਜੀ ਪੌਦੇ ਭੋਜਨ ਪਦਾਰਥ ਨੂੰ ਕਿਵੇਂ ਸੰਸਲੇਸ਼ਿਤ ਕਰਦੇ ਹਨ? ਕਿੱਦਾਂ? ਕਾਰਬਨ ਡਾਈਆਕਸਾਈਡ, ਪਾਣੀ ਤੇ ਸੂਰਜੀ ਪ੍ਰਕਾਸ਼ ਨਾਲ। ਤਿੰਨ ਚੀਜ਼ਾਂ ਨਾਲ। ਕਿਹੜੀਆਂ ਮੇਨ ਆ? ਕਾਰਬਨ ਡਾਈਆਕਸਾਈਡ, ਪਾਣੀ ਤੇ ਸੂਰਜੀ ਊਰਜਾ, ਜਿਹ 'ਚ ਪ੍ਰਕਾਸ਼ ਸੰਸਲੇਸ਼ਣ ਵਿਧੀ ਆਪਾਂ ਕੀਤੀ ਸੀ। ਕੋਸ਼ਿਕਾ ਕਿਸ ਨੂੰ ਕਹਿੰਦੇ ਹਨ? ਸੰਜੀਵ ਦੀ ਇਕਾਈ। ਮੈਂ ਤੁਹਾਨੂੰ ਦੱਸਿਆ ਨਾ ਸੰਜੀਵਾ ਦੀ ਜਿਹੜੀ ਮੂਲ ਇਕਾਈ ਆ ਨਾ ਉਹਨੂੰ ਕੋਸ਼ਿਕਾ ਕਹਿੰਦੇ ਹਨ। ਪੱਤਿਆਂ ਵਿੱਚ ਕਲੋਰੋਫਿਲ ਦਾ ਕੀ ਕੰਮ ਹੁੰਦਾ? ਇਹਦਾ ਕੰਮ ਹੁੰਦਾ ਸੂਰਜੀ ਪ੍ਰਕਾਸ਼ ਦੀ ਊਰਜਾ ਨੂੰ ਇਕੱਠਾ ਕਰਨਾ। ਜਿੰਨੀ ਸੂਰਜ ਤੋਂ ਆ ਰਹੀ ਊਰਜਾ ਹੈ ਨਾ ਉਹਨੂੰ ਇਕੱਠਾ ਕਿਹਨੇ ਕਰਨਾ? ਇਹ ਪੁੱਛਿਆ ਜਾਂਦਾ ਪੇਪਰ 'ਚ ਕਿ ਸੂਰਜੀ ਊਰਜਾ ਨੂੰ ਇਕੱਠਾ ਕਰਨ ਦਾ ਕੰਮ ਕੌਣ ਕਰਦਾ ਹੈ? ਕਲੋਰੋਫਿਲ। ਕਿਹੜਾ ਜੀਵਾਣੂ ਵਾਯੂਮੰਡਲ ਨਾਈਟ੍ਰੋਜਨ ਦਾ ਸਥਿਰੀਕਰਨ ਕਰਦਾ ਹੈ? ਰਾਈਜ਼ੋਬੀਅਮ। ਦੀ ਮੋਸਟ ਬਹੁਤ ਜ਼ਿਆਦਾ ਪੇਪਰਾਂ 'ਚ ਆ ਚੁੱਕਾ ਕੁਐਸਚਨ ਇਹ ਕਿ ਵਾਯੂਮੰਡਲੀ ਨਾਈਟ੍ਰੋਜਨ ਦਾ ਸਥਿਰੀਕਰਨ ਕੌਣ ਕਰਦਾ? ਰਾਈਜ਼ੋਬੀਅਮ। ਜਿੱਦਾਂ ਇਹ ਹੁੰਦੇ ਨਾ ਦਾਲਾਂ ਵਾਲੇ ਜਿੰਨੇ ਵੀ ਹੈਗੇ ਦਾਲਾਂ ਵਾਲੇ ਪੌਦੇ ਉਹਨਾਂ ਦੀ ਜੜ੍ਹਾਂ 'ਚ ਬੈਕਟੀਰੀਆ ਪਾਇਆ ਜਾਂਦਾ ਰਾਈਜ਼ੋਬੀਅਮ। ਠੀਕ ਹੈ, ਇਹ ਕਿਉਂਕਿ ਜਿਹੜੇ ਇਹ ਪਲਾਂਟਸ ਨੇ ਡਾਇਰੈਕਟ ਜਿਹੜੀ ਐਟਮੋਸਫੇਰਿਕ ਨਾਈਟ੍ਰੋਜਨ ਨਹੀਂ ਲੈ ਸਕਦੇ, ਫਿਰ ਉਹ ਇਹਦਾ ਰੂਪਾਂਤਰਣ ਕਰਦੇ ਆ ਪਹਿਲਾਂ। ਠੀਕ ਹੈ, ਇਹਨੂੰ ਕਨਵਰਟ ਕਰਦੇ ਆ। ਸੋ ਉਹ ਕਿਹੜਾ ਹੈਗਾ? ਰਾਈਜ਼ੋਬੀਅਮ। ਬਹੁਤ ਇੰਪੋਰਟੈਂਟ ਆ। ਨੈਕਸਟ ਹੈ ਜੀ ਕੋਸ਼ਿਕਾ ਦੀ ਸੰਰਚਨਾ ਕੀ ਹੈ? ਕੋਸ਼ਿਕਾ ਇੱਕ ਪਤਲੀ ਬਾਹਰੀ ਸੰਰਚਨਾ ਦੁਆਰਾ ਘਿਰੀ ਹੁੰਦੀ ਹੈ ਜਿਸ ਨੂੰ ਕੋਸ਼ਿਕਾ ਝਿੱਲੀ ਕਹਿੰਦੇ ਹਨ। ਇਸ ਦੇ ਕੇਂਦਰ ਵਿੱਚ ਕੀ ਹੁੰਦਾ? ਇੱਕ ਕੇਂਦਰਕ ਹੁੰਦਾ ਹੈ। ਕੇਂਦਰਕ ਅਤੇ ਝਿੱਲੀ ਦੇ ਵਿਚਕਾਰ ਇੱਕ ਤਰਲ ਪਦਾਰਥ ਹੁੰਦਾ ਜਿਸ ਨੂੰ ਕੋਸ਼ਿਕਾ ਦ੍ਰਵ ਕਹਿੰਦੇ ਹਨ। ਰੰਗਦਾਰ ਪੱਤੇ ਹਰੇ ਨਹੀਂ ਹੁੰਦੇ ਫਿਰ ਵੀ ਪ੍ਰਕਾਸ਼ ਸੰਸਲੇਸ਼ਣ ਵਿੱਚ ਸਹਾਇਤਾ ਕਰਦੇ ਹਨ। ਕਿਉਂ? ਰੰਗਦਾਰ ਪੱਤੇ ਜਿੱਦਾਂ ਲਾਲ ਭੂਰੇ ਵਿੱਚ ਹਰਾ ਵਰਣਕ ਕਲੋਰੋਫਿਲ ਹੁੰਦਾ, ਪਰੰਤੂ ਦੂਸਰੇ ਰੰਗ ਹਰੇ ਰੰਗ ਨੂੰ ਦਬਾ ਦਿੰਦੇ ਆ। ਬਸ ਇਹ ਨਹੀਂ ਕਿ ਹੁੰਦਾ ਨਹੀਂ, ਉਹਨਾਂ 'ਚ ਹੁੰਦਾ ਆ। ਠੀਕ ਹੈ, ਸੋ ਕਲੋਰੋਫਿਲ ਦੀ ਹੋਂਦ ਕਾਰਨ ਹੀ ਉਹ ਜਿਹੜੇ ਆ ਪ੍ਰਕਾਸ਼ ਸੰਸਲੇਸ਼ਣ ਦੇ ਵਿੱਚ ਸਹਾਇਕ ਹੁੰਦੇ ਹਨ। ਪ੍ਰੋਟੀਨ ਕੀ ਹੈ? ਇੱਕ ਨਾਈਟ੍ਰੋਜਨ ਯੁਕਤ ਪਦਾਰਥ ਹੈ। ਇਹ 'ਚ ਕੀ ਹੁੰਦੀ? ਨਾਈਟ੍ਰੋਜਨ। ਇਹ ਧਿਆਨ ਰੱਖੋ ਪੇਪਰ 'ਚ ਪੁੱਛਿਆ ਜਾਂਦਾ। ਠੀਕ ਹੈ, ਜਿਸ ਨੂੰ ਕੁਝ ਪੌਦੇ ਸੰਸਲਿਸ਼ਟ ਕਰ ਪਾਉਂਦੇ। ਉਹਨਾਂ ਨੂੰ ਦੱਸਦਾ ਜਿਨ੍ਹਾਂ ਦੀ ਜੜ੍ਹਾਂ 'ਚ ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ ਹੁੰਦਾ। ਪੌਦੇ ਨਾਈਟ੍ਰੋਜਨ ਨੂੰ ਕਿਸ ਤਰ੍ਹਾਂ ਪਰਿਵਰਤਿਤ ਕਰਦੇ? ਹਾਂ, ਐਟਮੋਸਫੇਰਿਕ ਨਾਈਟ੍ਰੋਜਨ ਨੂੰ ਫਿਰ ਕਿੱਦਾਂ ਉਹ ਕਰਦੇ? ਕਿੱਦਾਂ ਪਰਿਵਰਤਨ ਕਿੱਦਾਂ ਕਰਦੇ ਆ? ਦੇਖੋ, ਸਿੱਧੇ ਤੌਰ 'ਤੇ ਤਾਂ ਮੈਂ ਤੁਹਾਨੂੰ ਦੱਸਿਆ ਲੈ ਨਹੀਂ ਸਕਦੇ, ਘੋਲ ਦੇ ਰੂਪ ਵਿੱਚ ਚਾਹੀਦੀ ਹੁੰਦੀ ਹੈ। ਇਸ ਲਈ ਨਾਈਟ੍ਰੋਜਨ ਉਹਨਾਂ ਨੂੰ ਜਾਂ ਤਾਂ ਉਰਵਰਕ ਅਤੇ ਖਾਦਾਂ ਤੋਂ ਜਾਂ ਫਿਰ ਫਲੀਦਾਰ ਪੌਦਿਆਂ ਦੀ ਜੜ੍ਹਾਂ 'ਚ ਇੱਕ ਪਾਇਆ ਜਾਂਦਾ ਰਾਈਜ਼ੋਬੀਅਮ ਜੀਵਾਣੂ, ਉਹਦੀ ਸਹਾਇਤਾ ਨਾਲ ਮਿਲਦੀ ਹੈ। ਠੀਕ ਹੈ, ਜਾਂ ਤਾਂ ਖਾਦਾਂ ਤੋਂ ਦੇ ਦਿਓ ਜਾਂ ਫਿਰ ਉਹ ਤੁਹਾਨੂੰ ਦੱਸਿਆ ਕਈਆਂ ਦੀ ਜੜ੍ਹਾਂ 'ਚ ਇਹ ਬੈਕਟੀਰੀਆ ਹੁੰਦਾ ਹੈ। ਲਾਈਕੇਨ ਜੀਵੀ ਸੰਬੰਧ ਕਿਸ ਤਰ੍ਹਾਂ ਦਰਸਾਉਂਦੇ ਹਨ? ਜਿਹੜੀ ਲਾਈਕੇਨ ਆ ਉਹਦੇ ਵਿੱਚ ਦੋ ਹਿੱਸੇਦਾਰ ਹੁੰਦੇ ਆ, ਇੱਕ ਸ਼ੈਵਾਲ ਤੇ ਦੂਸਰਾ ਉੱਲੀ। ਜਿਹੜੀ ਉੱਲੀ ਆ ਆਵਾਸ ਪਾਣੀ ਅਤੇ ਪੋਸ਼ਕ ਸ਼ੈਵਾਲ ਨੂੰ ਦਿੰਦੀ ਹੈ ਤੇ ਸ਼ੈਵਾਲ ਕੀ ਕਰਦਾ ਆ? ਪ੍ਰਕਾਸ਼ ਸੰਸਲੇਸ਼ਣ ਦੀ ਕਿਰਿਆ ਨਾਲ ਭੋਜਨ ਪ੍ਰਾਪਤ ਕਰਕੇ ਕੀ ਦਿੰਦਾ? ਉੱਲੀ ਨੂੰ। ਠੀਕ ਹੈ, ਸੋ ਮਤਲਬ ਸਹਿ ਸੰਬੰਧੀ ਆਪਸ 'ਚ ਮਤਲਬ ਇਹਨਾਂ ਨੇ। ਠੀਕ ਹੈ, ਮਤਲਬ ਦੋਨਾਂ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਕਿ ਸ਼ੈਵਾਲ ਤੇ ਉੱਲੀ ਵਿੱਚ ਕਿਹੜਾ ਸੰਬੰਧ ਹੈ? ਸਹਿ ਸੰਬੰਧੀ ਸੰਬੰਧ ਹੈ ਲਾਈਕੇਨ। ਇਹ 'ਚ ਦੋ ਚੀਜ਼ਾਂ ਇਹ ਆ। ਠੀਕ ਹੈ, ਕੀ ਕਰਦਾ ਕੀ ਆ ਜਿਹੜਾ ਉੱਲੀ ਆ ਉਹ ਆਵਾਸ
ਪਾਣੀ ਤੇ ਪੋਸ਼ਕ ਸ਼ੈਵਾਲ ਨੂੰ ਦੇ ਦਿੰਦੀ ਹੈ। ਸ਼ੈਵਾਲ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਕਿਰਿਆ ਦੁਆਰਾ ਭੋਜਨ ਪ੍ਰਾਪਤ ਕਰਕੇ ਉੱਲੀ ਨੂੰ ਦੇ ਦਿੰਦਾ। ਸੋ ਇਹਦਾ ਸਹਿਜ ਜਿਹੜਾ ਜੀਵੀ ਸੰਬੰਧ ਇਹ ਦਰਸਾਉਂਦੇ ਆ। ਸਵੈ ਪੋਸ਼ੀ ਤੇ ਵਿਖਮ ਪੋਸ਼ੀ। ਸੰਜੀਵ ਸੂਰਜ ਦੀ ਰੋਸ਼ਨੀ ਵਿੱਚ ਆਪਣਾ ਭੋਜਨ ਆਪ ਤਿਆਰ ਕਰਦੇ ਆ, ਤੁਹਾਨੂੰ ਪਤਾ ਉਹਨੂੰ ਕਹਿੰਦੇ ਸਵੈ ਪੋਸ਼ੀ। ਵਿੱਚ ਹਰੇ ਪੌਦੇ, ਨੀਲੀ ਹਰੀ ਸ਼ੈਵਾਲ ਆ ਗਈ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਦੂਸਰਿਆਂ 'ਤੇ ਡਿਪੈਂਡ ਕਰਦੇ ਆ, ਮਤਲਬ ਪੌਦਿਆਂ 'ਤੇ ਡਿਪੈਂਡ ਕਰਦੇ ਆ, ਉਹ 'ਚ ਅੱਗੇ ਪਰਜੀਵੀ, ਉੱਲੀ, ਜੀਵਾਣੂ ਜੰਤੂ, ਇਹ ਵਿਖਮ ਪੋਸ਼ੀ ਹੋ ਗਏ। ਪਰਜੀਵੀ, ਸਹਿਜੀਵੀ, ਮ੍ਰਿਤਜੀਵੀ ਮੈਂ ਤੁਹਾਨੂੰ ਤਿੰਨ ਦੱਸਦੇ ਐਗਜ਼ਾਮਪਲਾਂ ਦਿੱਤੀਆਂ, ਪੇਪਰ 'ਚ ਕੁਐਸਚਨ ਜਿਹੜਾ ਉਹ ਬਣ ਸਕਦਾ, ਠੀਕ ਹੈ ਜੀ। ਸੋ ਇਹ ਸਾਰੇ ਇੰਪੋਰਟੈਂਟ ਕੁਐਸਚਨ ਆ, ਇੰਪੋਰਟੈਂਟ ਨੋਟਸ ਬਣਾ ਲਓ। ਇੱਦਾਂ ਹੀ ਮੈਂ ਤੁਹਾਨੂੰ ਅਪ ਟੂ 10th ਲੈਵਲ ਹੀ ਸਾਇੰਸ, ਸਮਾਜਿਕ ਜਿੰਨਾ ਵੀ ਇਹ ਸਾਰਾ ਕਰਵਾ ਦੇਣਾ ਆ। ਥੈਂਕਸ ਫॉर ਵਾਚਿੰਗ ਦ ਵੀਡੀਓ।